ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦਾ ਪਾਰਟ 2 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ MCQ ਡਿਸਕਸ ਕਰਾਂਗੇ, ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣਾ ਲੂਸੈਂਟ ਜੀਕੇ ਦਾ ਇੱਕ ਪਾਰਟ ਆਲਰੇਡੀ ਅਪਲੋਡ ਹੋ ਚੁੱਕਿਆ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮੀਡੀਵਲ ਹਿਸਟਰੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ ਜੀਕੇ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ MCQ ਡਿਸਕਸ ਕਰਾਂਗੇ, ਤਾਂ ਸੈਸ਼ਨ ਨੂੰ ਐਂਡ ਤੱਕ ਦੇਖਿਓ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ MCQ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਅੱਜ ਦੀ ਪਹਿਲੀ ਸਲਾਈਡ ਤੋਂ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਇਹਦੇ ਵਿੱਚ ਤੁਸੀਂ ਮਿਲਾਨ ਕਰਨਾ ਹੈ। ਇੱਕ ਪਾਸੇ ਤੁਹਾਡੇ ਨੈਸ਼ਨਲ ਪਾਰਕ ਨੇ ਅਤੇ ਇੱਕ ਪਾਸੇ ਤੁਹਾਡੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਇਹ ਨੈਸ਼ਨਲ ਪਾਰਕ ਮੌਜੂਦ ਨੇ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਇਹਨਾਂ ਦਾ ਮਿਲਾਨ ਕਰਨਾ ਆਪਾਂ। ਸਭ ਤੋਂ ਪਹਿਲਾ ਜਿਹੜਾ ਆਪਣਾ ਨੈਸ਼ਨਲ ਪਾਰਕ ਹੈ, ਜਿਮ ਕਾਰਬੇਟ। ਜਿਮ ਕਾਰਬੇਟ ਸਭ ਤੋਂ ਪੁਰਾਣਾ, ਸਭ ਤੋਂ ਓਲਡੈਸਟ ਆਪਾਂ ਕਹਿ ਸਕਦੇ ਹਾਂ, ਅਤੇ ਸਭ ਤੋਂ ਫੇਮਸ ਇਹ ਨੈਸ਼ਨਲ ਪਾਰਕ ਹੈ। ਇਹ ਕਿੱਥੇ ਹੈ? ਇਹ ਉੱਤਰਾਖੰਡ ਦੇ ਵਿੱਚ ਹੈ। ਠੀਕ ਹੈ ਜੀ, ਪਹਿਲੇ ਦਾ ਆਪਣਾ D ਆਊਗਾ। ਪੰਨਾ ਨੈਸ਼ਨਲ ਪਾਰਕ, ਇਹ ਵੀ ਬਹੁਤ ਫੇਮਸ ਨੈਸ਼ਨਲ ਪਾਰਕ ਹੈ। ਇਹ ਆਪਣਾ ਮੱਧ ਪ੍ਰਦੇਸ਼ ਦੇ ਵਿੱਚ ਹੈ। ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਨੈਸ਼ਨਲ ਪਾਰਕ ਨੇ। ਜੇਕਰ ਤੁਹਾਨੂੰ ਪੁੱਛਿਆ ਜਾਵੇ ਤਾਂ ਮੱਧ ਪ੍ਰਦੇਸ਼ ਦੇ ਵਿੱਚ, ਕਿਉਂਕਿ ਜੰਗਲੀ ਏਰੀਆ ਹੈ, ਤਾਂ ਸਭ ਤੋਂ ਵੱਧ ਨੈਸ਼ਨਲ ਪਾਰਕ ਪਾਏ ਜਾਂਦੇ ਨੇ। ਕਾਜ਼ੀਰੰਗਾ ਨੈਸ਼ਨਲ ਪਾਰਕ ਤਾਂ ਆਪਾਂ ਅਕਸਰ ਹੀ ਸੁਣਦੇ ਹਾਂ, ਬਹੁਤ ਫੇਮਸ ਹੈ। ਇਹ ਆਪਣਾ ਅਸਮ ਦੇ ਵਿੱਚ, ਅਤੇ ਗਿਰ ਨੈਸ਼ਨਲ ਪਾਰਕ ਹੈ ਆਪਣਾ ਗੁਜਰਾਤ ਦੇ ਵਿੱਚ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਨਸਰ ਬਣਿਆ DCBA। ਠੀਕ ਹੈ ਜੀ, ਤਾਂ DCBA ਆਪਣਾ ਪਹਿਲਾ ਹੀ ਆਨਸਰ ਬਣਿਆ, ਇਹਦਾ ਆਨਸਰ ਨੰਬਰ ਫਸਟ, ਤਾਂ ਪਹਿਲਾ ਆਨਸਰ ਆਊਗਾ। ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਆਉਣਗੇ। ਠੀਕ ਹੈ ਜੀ, ਤੁਸੀਂ ਪੂਰੇ ਧਿਆਨ ਨਾਲ ਅਟੈਂਪਟ ਕਰਨੇ ਨੇ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1। ਠੀਕ ਹੈ ਜੀ, ਇਹ ਤੁਸੀਂ ਨਾਲ ਨਾਲ ਨੋਟ ਕਰਦੇ ਜਾਇਓ। ਆਪਾਂ ਸਿਰਫ 15 ਕੁਐਸਚਨ ਹੀ ਕਵਰ ਨਹੀਂ ਕਰਨੇ, ਇਹਦੇ ਨਾਲ ਨਾਲ ਆਪਾਂ ਜਿੰਨੇ ਵੀ ਤੁਹਾਡੇ ਫੈਕਟ ਨੇ ਉਹ ਵੀ ਆਪਾਂ ਨਾਲ ਨਾਲ ਕਲੀਅਰ ਕਰਦੇ ਜਾਵਾਂਗੇ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ, ਮੱਛੀ ਪਾਲਣ ਨੂੰ ਕੀ ਨਾਮ ਦਿੱਤਾ ਜਾਂਦਾ ਹੈ? ਵਾਟ ਇਜ਼ ਦੀ ਨੇਮ ਆਫ ਫਿਸ਼ ਰੇਅਰਿੰਗ। ਠੀਕ ਹੈ ਜੀ, ਜਿਹੜੇ ਆਪਾਂ ਮੱਛੀ ਪਾਲਦੇ ਹਾਂ, ਮੱਛੀਆਂ ਦਾ ਪਾਲਣ ਪੋਸ਼ਣ ਕਰਦੇ ਹਾਂ, ਉਹਨੂੰ ਕੀ ਨਾਮ ਦਿੱਤਾ ਜਾਂਦਾ ਹੈ? ਐਗਰੀਕਲਚਰ, ਹਾਰਟੀਕਲਚਰ, ਪਿਸਕੀਕਲਚਰ ਜਾਂ ਸੀਰੀਕਲਚਰ। ਠੀਕ ਹੈ ਜੀ, ਤਾਂ ਇਹ ਅਲੱਗ-ਅਲੱਗ, ਇਹ ਤੁਹਾਨੂੰ ਬਹੁਤ ਵਾਰ ਪੁੱਛੇ ਜਾਂਦੇ ਨੇ। ਹਰ ਇੱਕ ਪੰਜਾਬ ਦੇ ਪੇਪਰ ਦੇ ਵਿੱਚ ਇਹ ਕੁਐਸਚਨ ਅਕਸਰ ਹੀ ਆਉਂਦਾ ਹੁੰਦਾ, ਤਾਂ ਇਹ ਤੁਸੀਂ ਧਿਆਨ ਨਾਲ ਅਟੈਂਪਟ ਕਰਨਾ ਹੈ। ਤਾਂ ਐਗਰੀਕਲਚਰ ਤਾਂ ਤੁਹਾਨੂੰ ਪਤਾ ਕਿ ਜਿਹੜੀ ਆਪਾਂ ਖੇਤੀਬਾੜੀ ਕਰਦੇ ਹਾਂ ਉਹਨੂੰ ਐਗਰੀਕਲਚਰ ਕਹਿੰਦੇ ਨੇ। ਹਾਰਟੀਕਲਚਰ ਕਿਹਨੂੰ ਕਹਿੰਦੇ ਨੇ? ਬਾਗਬਾਨੀ ਨੂੰ ਹਾਰਟੀਕਲਚਰ ਕਹਿੰਦੇ ਨੇ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ, ਪਿਸਕੀਕਲਚਰ ਹੈ। ਠੀਕ ਹੈ ਜੀ, ਪਿਸਕੀਕਲਚਰ ਜਿਹੜਾ ਹੁੰਦਾ ਇਹ ਆਪਣਾ ਫਿਸ਼ ਰੇਅਰਿੰਗ ਦੇ ਨਾਲ ਜੋੜਿਆ ਜਾਂਦਾ ਹੈ ਇਹ ਨਾਮ। ਅਤੇ ਸੀਰੀਕਲਚਰ ਹੁੰਦਾ ਆਪਣਾ ਜਿਹੜਾ ਆਪਾਂ ਰੇਸ਼ਮ ਦਾ ਕੀੜਾ ਪਾਲਦੇ ਹਾਂ, ਜਿਹਦੇ ਨਾਲ ਆਪਾਂ ਰੇਸ਼ਮ ਹੈ ਜਿਹੜੀ ਉਹ ਬਣਾਉਂਦੇ ਹਾਂ। ਠੀਕ ਹੈ ਜੀ, ਤਾਂ ਉਹ ਸੀਰੀਕਲਚਰ ਹੈ, ਇਹ ਤੁਸੀਂ ਯਾਦ ਰੱਖਣਾ। ਤਾਂ ਆਪਾਂ ਇੱਕ ਕੁਐਸਚਨ ਦੇ ਨਾਲ ਨਾਲ 3-3 4-4 ਫੈਕਟ ਹੈ ਜਿਹੜੇ ਉਹ ਕਲੀਅਰ ਕਰਦੇ ਜਾਵਾਂਗੇ। ਤਾਂ ਆਪਾਂ ਆਪਣਾ ਇੱਕ ਵੀ ਸੈਸ਼ਨ ਤੁਸੀਂ ਮਿਸ ਨਾ ਕਰਿਓ, ਕਿਉਂਕਿ ਇਹ ਸੈਸ਼ਨ ਤੁਹਾਨੂੰ ਬਹੁਤ ਫਾਇਦਾ ਦੇਣਗੇ ਆਉਣ ਵਾਲੇ ਪੇਪਰਾਂ ਦੇ ਵਿੱਚ। ਇਹ ਸੈਸ਼ਨ ਦੇ ਵਿੱਚ ਤੁਹਾਡੀ ਸਾਰੀ ਸਟੈਟਿਕ ਜੀਕੇ ਆਪਾਂ ਕਲੀਅਰ ਕਰਵਾ ਦਾਂਗੇ। ਠੀਕ ਹੈ ਜੀ, ਤਾਂ ਆਨਸਰ ਨੰਬਰ 3 ਆਊਗਾ, ਪਿਸਕੀਕਲਚਰ। ਹਾਰਟੀਕਲਚਰ ਹੈ ਜਿਹੜਾ ਉਹ ਬਾਗਬਾਨੀ ਨਾਲ ਹੈ, ਅਤੇ ਸੀਰੀਕਲਚਰ ਹੈ ਰੇਸ਼ਮ ਦੇ ਕੀੜੇ ਨਾਲ ਸੰਬੰਧਿਤ ਹੈ, ਜਿਹੜੀ ਆਪਣੀ ਰੇਸ਼ਮ ਬਣਦੀ ਹੈ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਉਣਾ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ? ਵੇਅਰ ਲਾਰਡ ਬੁੱਧਾ ਐਨਲਾਈਟਨਡ। ਠੀਕ ਹੈ ਜੀ, ਐਨਲਾਈਟਨਡ ਦਾ ਮਤਲਬ ਹੁੰਦਾ ਹੈ ਗਿਆਨ ਦੀ ਪ੍ਰਾਪਤੀ। ਠੀਕ ਹੈ ਜੀ, ਤਾਂ ਆਪਾਂ ਇਹਦੇ ਵਿੱਚ ਮਿਕਸ ਕੁਐਸਚਨ ਕਰਨੇ ਨੇ, ਹਿਸਟਰੀ, ਪੋਲਿਟੀ, ਜੋਗਰਾਫੀ, ਐਗਰੀਕਲਚਰ, ਸਾਇੰਸ, ਬਾਇਓਲੋਜੀ। ਜਿੱਥੋਂ ਵੀ ਤੁਹਾਡੇ ਕੁਐਸਚਨ ਆਉਂਦੇ ਨੇ ਹਰ ਵਾਰ ਪੁੱਛੇ ਜਾਂਦੇ ਨੇ, ਜਿਹੜੇ ਤੁਸੀਂ ਪੇਪਰ ਦੇ ਵਿੱਚ ਬੈਠ ਕੇ ਕਹਿੰਦੇ ਹੁੰਦੇ ਹੋ ਕਿ ਇਹ ਕੁਐਸਚਨ ਕਿੱਥੋਂ ਆ ਗਿਆ। ਠੀਕ ਹੈ ਜੀ, ਤਾਂ ਉਹ ਸਾਰੇ ਕੁਐਸਚਨ ਆਪਾਂ ਇਹਦੇ ਵਿੱਚ ਅਟੈਂਪਟ ਕਰਾਂਗੇ। ਤਾਂ ਵੇਅਰ ਲਾਰਡ ਬੁੱਧਾ ਐਨਲਾਈਟਨਡ, ਕਿੱਥੇ ਮਤਲਬ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ? ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। ਠੀਕ ਹੈ ਜੀ, ਤਾਂ ਆਨਸਰ ਨੰਬਰ 2 ਆਊਗਾ ਇਹਦਾ, ਬੋਧ ਗਇਆ ਦੇ ਵਿੱਚ। ਬੋਧ ਗਇਆ ਕਿੱਥੇ ਹੈ? ਬਿਹਾਰ ਦੇ ਵਿੱਚ। ਠੀਕ ਹੈ ਜੀ, ਤਾਂ ਬੋਧ ਗਇਆ ਦੇ ਵਿੱਚ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਮਹਾਤਮਾ ਬੁੱਧ ਨੂੰ। ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਹੈ, ਤਾਂ ਆਨਸਰ ਨੰਬਰ 2 ਆਊਗਾ ਇਹਦਾ। ਇਹਦੇ ਨਾਲ ਜਿਹੜੇ ਫੈਕਟ ਨੇ, ਜਿਵੇਂ ਕਿ ਬੋਧ ਗਇਆ ਕਿੱਥੇ ਹੈ? ਬਿਹਾਰ ਦੇ ਵਿੱਚ ਹੈ। ਅੰਡਰ ਏ ਪੀਪਲ ਟਰੀ ਕਾਲਡ ਬੋਧੀ ਟਰੀ। ਠੀਕ ਹੈ ਜੀ, ਤਾਂ ਹੁਣ ਉਹਨੂੰ ਬੋਧੀ ਟਰੀ ਕਿਹਾ ਜਾਂਦਾ ਹੈ ਕਿਉਂਕਿ ਮਹਾਤਮਾ ਬੁੱਧ ਉਹਦੇ ਨੀਚੇ ਬੈਠੇ ਸੀ ਅਤੇ ਉੱਥੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਅਤੇ ਕਈ ਵਾਰੀ ਇਹ ਪੁੱਛ ਲੈਂਦੇ ਨੇ ਕਿ ਉਹ ਦਰਖਤ ਕਾਹਦਾ ਦਰਖਤ ਸੀ? ਤਾਂ ਉਹ ਪਿੱਪਲ ਦਾ ਦਰਖਤ ਸੀ, ਪੀਪਲ ਟਰੀ ਸੀਗਾ। ਇਹ ਯਾਦ ਰੱਖਣਾ, ਜ਼ਿਆਦਾ ਡੀਪਲੀ ਪੁੱਛ ਲੈਂਦੇ ਨੇ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਣਾ, ਪੀਪਲ ਟਰੀ ਸੀ।
ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਭ ਤੋਂ ਪੁਰਾਣਾ ਵੇਦ ਕਿਹੜਾ ਹੈ? ਵਿਚ ਇਜ਼ ਦੀ ਓਲਡੈਸਟ ਵੇਦ ਆ? ਰਿਗਵੇਦ, ਸਾਮਵੇਦ, ਅਥਰਵਵੇਦ ਜਾਂ ਯਜੁਰਵੇਦ? ਸਭ ਤੋਂ ਪੁਰਾਣਾ ਵੇਦ ਹੈ ਜਿਹੜਾ ਉਹ ਕਿਹੜਾ ਵੇਦ ਹੈ ਇਹਨਾਂ 4 ਵੇਦ ਦੇ ਵਿੱਚੋਂ? ਤਾਂ ਆਪਣੇ ਟੋਟਲ 4 ਹੀ ਵੇਦ ਨੇ, ਠੀਕ ਹੈ ਜੀ। ਤਾਂ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਸਭ ਤੋਂ ਜਿਹੜਾ ਪੁਰਾਣਾ ਵੇਦ ਹੈ ਉਹ ਆਪਣਾ ਰਿਗਵੇਦ, ਠੀਕ ਹੈ ਜੀ। ਰਿਗਵੇਦ ਹੈ, ਇਹਦੇ ਵਿੱਚ ਹਾਈਮਸ ਲਿਖੀਆਂ ਹੋਈਆਂ, ਪਰਮਾਤਮਾ ਦੀ ਪ੍ਰਸ਼ੰਸਾ ਕੀਤੀ ਹੋਈ ਹੈ, ਠੀਕ ਹੈ ਜੀ। ਅਤੇ ਜਿਹੜੇ ਆਪਣੇ ਹਿੰਦੂ ਰਿਚੁਅਲਸ ਹੁੰਦੇ ਨੇ, ਜਿਵੇਂ ਕਿ ਹਿੰਦੂ ਜਿਹੜੇ ਆਪਣੇ ਯੱਗ ਵਗੈਰਾ ਕਰਦੇ ਨੇ, ਉਹ ਸਾਰਾ ਇਹਦੇ ਵਿੱਚ ਲਿਖਿਆ ਹੋਇਆ ਰਿਗਵੇਦ ਦੇ ਵਿੱਚ, ਸਾਰੇ ਇਹਦੇ ਵਿੱਚ ਮੰਤਰ ਲਿਖੇ ਹੋਏ ਨੇ, ਠੀਕ ਹੈ ਜੀ। ਤਾਂ 1028 ਇਹਦੇ ਵਿੱਚ ਮਤਲਬ ਹਾਈਮਸ ਨੇ, ਜਿਹੜੀਆਂ ਆਪਾਂ ਕਹਿੰਦੇ ਹਾਂ, ਜਿਹੜੇ ਆਪਾਂ ਪੋਇਟਰੀ ਦੀ ਫਾਰਮ ਦੇ ਵਿੱਚ ਲਿਖੀਆਂ ਹੋਈਆਂ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਆਨਸਰ ਨੰਬਰ ਇਹਦਾ 1 ਆਊਗਾ। ਰਿਗਵੇਦ ਇਹ ਸਭ ਤੋਂ ਪੁਰਾਣਾ ਵੇਦ ਹੈ। ਤਾਂ ਕਈ ਵਾਰੀ ਇਹ ਪੁੱਛ ਲੈਂਦੇ ਨੇ ਕਿ ਰਿਗਵੇਦ ਨੂੰ ਜਿਹੜਾ ਪੰਡਿਤ ਪੜ੍ਹਦਾ ਹੈ, ਕਿਉਂਕਿ ਇਹ ਅਲੱਗ-ਅਲੱਗ ਪੰਡਿਤਾਂ ਦੇ ਨਾਮ ਨੇ, ਠੀਕ ਹੈ ਜੀ। ਜਿਵੇਂ ਕਿ ਜਿਹੜਾ ਅਥਰਵਵੇਦ ਨੂੰ ਪੜ੍ਹਦਾ ਉਹਨੂੰ ਬ੍ਰਾਹਮਣ ਕਹਿੰਦੇ ਨੇ, ਤਾਂ ਜਿਹੜਾ ਹੋਤਰੀ ਹੈ ਇਹ ਰਿਗਵੇਦ ਨੂੰ ਪੜ੍ਹਦਾ, ਠੀਕ ਹੈ ਜੀ। ਕਈ ਵਾਰੀ ਇਹ ਪੁੱਛ ਲੈਂਦੇ ਨੇ ਕਿ ਰਿਗਵੇਦ ਨੂੰ ਪੜ੍ਹਨ ਵਾਲੇ ਪੰਡਿਤ ਦਾ ਨਾਮ ਦੱਸੋ, ਕੀ ਹੈ? ਉਹ ਹੈ ਹੋਤਰੀ, ਠੀਕ ਹੈ ਜੀ। ਹੋਤਰੀ ਇਹ ਬਹੁਤ ਵਾਰ ਪੁੱਛਿਆ ਗਿਆ। ਤਾਂ ਹਰ ਇੱਕ ਫੈਕਟ ਆਪਾਂ ਤੁਹਾਡਾ ਨਾਲ ਦੀ ਨਾਲ ਕਲੀਅਰ ਕਰਵਾਉਂਦੇ ਜਾਵਾਂਗੇ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਲੋਹਾ ਧਾਤ ਕਦੋਂ ਹੋਂਦ ਵਿੱਚ ਆਈ? ਵੈਨ ਵਾਜ਼ ਆਇਰਨ ਡਿਸਕਵਰਡ? ਅਰਲੀ ਵੈਦਿਕ ਪੀਰੀਅਡ, ਲੇਟਰ ਵੈਦਿਕ ਪੀਰੀਅਡ, ਇੰਡਸ ਵੈਲੀ ਪੀਰੀਅਡ ਜਾਂ ਮੁਗਲ ਪੀਰੀਅਡ? ਅਰਲੀ ਵੈਦਿਕ ਪੀਰੀਅਡ ਹੈ ਜਿਹੜਾ ਆਪਣਾ, ਉਹ ਹੈ ਆਪਣਾ 1500 ਤੋਂ ਲੈ ਕੇ 1000 ਤੱਕ, ਠੀਕ ਹੈ ਜੀ। 1500 ਤੋਂ 1000 ਤੱਕ ਅਰਲੀ ਵੈਦਿਕ ਪੀਰੀਅਡ ਹੈ, ਠੀਕ ਹੈ ਜੀ। ਅਤੇ ਜਿਹੜਾ ਆਪਣਾ ਲੇਟਰ ਵੈਦਿਕ ਪੀਰੀਅਡ ਹੈ ਉਹ ਆਪਣਾ 1000 ਤੋਂ 500 ਤੱਕ। ਇੰਡਸ ਵੈਲੀ ਆਪਾਂ ਨੂੰ ਪਤਾ ਹੀ ਹੈ 2500 ਤੋਂ ਮਤਲਬ 2500 ਤੋਂ ਇਹ 1900 BC ਤੱਕ ਆਪਾਂ ਕਹਿ ਸਕਦੇ ਹਾਂ, ਠੀਕ ਹੈ। 2500 ਤੋਂ 1600 ਵੀ ਆਉਂਦੀ ਇਹ। ਤਾਂ ਕਈ ਡੇਟਸ ਇਹਦੀਆਂ ਆਉਂਦੀਆਂ ਹੁੰਦੀਆਂ ਇੰਡਸ ਵੈਲੀ ਦੀਆਂ, ਬਟ ਇਹਦੀ ਐਗਜ਼ੈਕਟ ਵੀ ਹੈਗੀ ਹੈ। ਤਾਂ 2500 ਤੋਂ 1750 BC ਤੱਕ ਆਉਂਦੀ ਹੈ। 2500 ਤੋਂ 1750 BC ਤੱਕ ਜਿਹੜੀ ਇਹਦੀ ਐਗਜ਼ੈਕਟ ਡੇਟ ਹੈ ਆਪਣੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ, ਠੀਕ ਹੈ ਜੀ। ਤਾਂ ਇਹ ਇਹਦੀ ਡੇਟ ਹੈਗੀ। ਅਤੇ ਮੁਗਲ ਪੀਰੀਅਡ ਆਪਾਂ ਨੂੰ ਪਤਾ ਹੀ ਹੈ 1526 ਤੋਂ ਸਟਾਰਟ ਹੁੰਦਾ ਹੈਗਾ। ਬਾਬਰ ਨੇ ਇਹਨੂੰ ਸਟਾਰਟ ਕੀਤਾ ਸੀ ਮੁਗਲ ਪੀਰੀਅਡ ਨੂੰ, ਅਤੇ 1707 ਤੱਕ ਚੱਲਦਾ, ਠੀਕ ਹੈ ਜੀ। ਅਤੇ ਇਹ ਆਪਾਂ ਨੂੰ ਇਹਦੀ ਡੇਟ ਵੀ ਪਤਾ ਹੈ। ਤਾਂ ਲੋਹਾ ਬਾਰੇ ਤੁਹਾਨੂੰ ਪੁੱਛਿਆ ਜਾਂਦਾ, ਲੋਹੇ ਬਾਰੇ ਇਹ ਕਦੋਂ ਡਿਸਕਵਰ ਹੋਇਆ ਸੀ? ਤਾਂ ਜਿਹੜਾ ਇਹ ਹੋਇਆ ਸੀ ਲੇਟਰ ਵੈਦਿਕ ਪੀਰੀਅਡ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ। ਪਹਿਲਾ ਵੇਦ ਜਿਹੜਾ ਆਪਣਾ ਰਿਗਵੇਦ ਲਿਖਿਆ ਗਿਆ ਉਹ ਲਿਖਿਆ ਗਿਆ ਅਰਲੀ ਵੈਦਿਕ ਪੀਰੀਅਡ ਦੇ ਵਿੱਚ, ਅਤੇ ਬਾਕੀ ਜਿਹੜੇ 3 ਵੇਦ ਨੇ ਉਹ ਲਿਖੇ ਗਏ ਨੇ ਲੇਟਰ ਵੈਦਿਕ ਪੀਰੀਅਡ ਦੇ ਵਿੱਚ। ਤਾਂ ਲੋਹਾ ਕਦੋਂ ਆਇਆ ਸੀ? ਲੇਟਰ ਵੈਦਿਕ ਦੇ ਵਿੱਚ ਆਇਆ ਸੀ। ਇਹ ਤੁਸੀਂ ਯਾਦ ਰੱਖਣਾ, ਬਹੁਤ ਵਾਰ ਪੁੱਛਿਆ ਜਾਂਦਾ ਇਹ ਕੁਐਸਚਨ, ਠੀਕ ਹੈ ਜੀ। ਇਹ ਤੁਸੀਂ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਲੇਟਰ ਵੈਦਿਕ ਪੀਰੀਅਡ 1000 ਤੋਂ 500 BC ਤੱਕ ਆਪਾਂ ਕਹਿ ਸਕਦੇ ਹਾਂ ਲੇਟਰ ਵੈਦਿਕ ਪੀਰੀਅਡ। ਤਾਂ ਆਪਣੀ ਲੋਹਾ ਧਾਤ ਹੋਂਦ ਦੇ ਵਿੱਚ ਆਈ ਸੀ। ਇਸ ਤੋਂ ਪਹਿਲਾਂ ਲੋਹੇ ਬਾਰੇ ਕੋਈ ਜਾਣਦਾ ਨਹੀਂ ਸੀ, ਠੀਕ ਹੈ ਜੀ। ਤਾਂ ਲੋਹਾ ਮਤਲਬ ਡਿਸਕਵਰ ਹੀ ਨਹੀਂ ਹੋਇਆ ਸੀ। ਆਨਸਰ ਨੰਬਰ 2। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਜਹਾਜ਼ ਵਾਯੂਮੰਡਲ ਦੀ ਕਿਹੜੀ ਪਰਤ ਵਿੱਚ ਉੱਡਦੇ ਹਨ? ਐਰੋਪਲੇਨਸ ਆਰ ਫਲਾਈਂਗ ਇਨ ਵਿਚ ਲੇਅਰ ਆਫ ਐਟਮੋਸਫੇਅਰ, ਠੀਕ ਹੈ ਜੀ। ਟ੍ਰੋਪੋਸਫੀਅਰ, ਸਟ੍ਰੈਟੋਸਫੀਅਰ, ਆਈਨੋਸਫੀਅਰ ਜਾਂ ਬਾਇਓਸਫੀਅਰ, ਠੀਕ ਹੈ ਜੀ। ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ। ਸਾਇੰਸ ਦੇ ਵਿੱਚੋਂ ਵੀ ਕੁਐਸਚਨ ਆਉਂਦੇ ਹੁੰਦੇ ਨੇ, ਠੀਕ ਹੈ ਜੀ। ਹਰ ਇੱਕ ਤੁਹਾਡੇ ਮਤਲਬ ਬਾਇਓਲੋਜੀ 'ਚੋਂ ਵੀ ਆਉਂਦੇ ਨੇ, ਇੱਕ ਦੋ ਹੀ ਆਉਂਦੇ ਹੁੰਦੇ ਨੇ, ਉਹ ਵੀ ਸਿੰਪਲ ਆਉਂਦੇ ਹੁੰਦੇ ਨੇ, ਠੀਕ ਹੈ ਜੀ। ਉਹ ਜਿਹੜੇ ਆਉਂਦੇ ਨੇ ਉਹ ਸਾਰੇ ਆਪਾਂ ਕਵਰ ਕਰਾਂਗੇ। ਤਾਂ ਜਹਾਜ਼ ਹੈ ਜਿਹੜੇ ਉਹ ਵਾਯੂਮੰਡਲ ਦੀ ਕਿਹੜੀ ਪਰਤ ਦੇ ਵਿੱਚ ਉੱਡਦੇ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਆਪਣੀ ਸਟ੍ਰੈਟੋਸਫੀਅਰ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਹਾਂ, ਸਮਤਾਪ ਮੰਡਲ ਕਹਿੰਦੇ ਹਾਂ। ਕਿਉਂਕਿ ਇੱਥੇ ਕੋਈ ਮੌਸਮ ਦਾ ਫਿਨੋਮੇਨਾ ਨਹੀਂ ਹੁੰਦਾ, ਕੋਈ ਇੱਥੇ ਬਿਜਲੀ ਨਹੀਂ ਲਸ਼ਕਦੀ, ਠੀਕ ਹੈ। ਉਹ ਸਾਰਾ ਆਪਣਾ ਟ੍ਰੋਪੋ ਦੇ ਵਿੱਚ ਹੁੰਦਾ, ਉਹ ਆਪਣਾ ਟ੍ਰੋਪੋਸਫੀਅਰ 'ਚ ਹੁੰਦਾ। ਸਟ੍ਰੈਟੋ 'ਚ ਜਾ ਕੇ ਮਤਲਬ ਇਹ ਕੁਛ ਨਹੀਂ ਹੁੰਦਾ। ਸਟ੍ਰੈਟੋ ਦੇ ਵਿੱਚ ਐਰੋਪਲੇਨ ਉੱਡਦੇ ਨੇ, ਤਾਂ ਕਰਕੇ ਉੱਡਦੇ ਨੇ। ਜੇਕਰ ਇਹ ਸਾਰੇ ਫਿਨੋਮੇਨਾ ਸਟ੍ਰੈਟੋ ਦੇ ਵਿੱਚ ਹੋਣ ਤਾਂ ਐਰੋਪਲੇਨ ਨਹੀਂ ਉੱਡ ਸਕਦੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਸਟ੍ਰੈਟੋਸਫੀਅਰ ਦਾ ਆਨਸਰ ਹੈ। ਤਾਂ ਆਨਸਰ ਨੰਬਰ 1 ਆਊਗਾ, ਨਹੀਂ ਆਨਸਰ ਨੰਬਰ 2 ਆਊਗਾ ਇਹਦਾ, ਠੀਕ ਹੈ ਜੀ। ਤਾਂ ਇਹ ਟਾਈਪ ਗਲਤ ਹੋ ਗਿਆ। ਆਨਸਰ ਨੰਬਰ 2 ਆਊਗਾ ਇਹਦਾ, ਠੀਕ ਹੈ ਜੀ। ਆਨਸਰ ਨੰਬਰ 2 ਤੁਸੀਂ ਨੋਟ ਕਰ ਲਿਓ। ਇਹਦੇ ਵਿੱਚ ਹੀ ਆਪਣੀ ਓਜ਼ੋਨ ਲੇਅਰ ਹੈ, ਇਹ ਵੀ ਯਾਦ ਰੱਖਣਾ। ਸਟ੍ਰੈਟੋਸਫੀਅਰ ਦੇ ਵਿੱਚ ਹੀ ਆਪਣੀ ਓਜ਼ੋਨ ਲੇਅਰ ਹੈ, ਅਤੇ ਸਟ੍ਰੈਟੋਸਫੀਅਰ ਦੇ ਵਿੱਚ ਹੀ ਜਹਾਜ਼ ਉੱਡਦੇ ਨੇ, ਠੀਕ ਹੈ ਜੀ। ਸਮਤਾਪ ਮੰਡਲੀ ਉਹਨੂੰ ਆਪਾਂ ਕਿਹਾ ਜਾਂਦਾ। ਟ੍ਰੋਪੋਸਫੀਅਰ ਆਪਣੀ ਪਹਿਲੀ ਲੇਅਰ ਹੈ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੱਖਿਆ ਦੇ ਅਧਿਕਾਰ ਦਾ ਉਲੇਖ ਹੈ। ਰਾਈਟ ਟੂ ਐਜੂਕੇਸ਼ਨ ਇਜ਼ ਮੈਂਸ਼ਨ ਇਨ। ਤਾਂ ਤੁਹਾਨੂੰ ਇਹੋ ਜਿਹੇ ਕੁਐਸਚਨ ਆਪਣੇ ਸੈਸ਼ਨਸ ਦੇ ਵਿੱਚ ਮਿਲਣਗੇ ਜਿਹੜੇ ਪੂਰੇ ਮੋਡਰੇਟ ਲੈਵਲ ਦੇ ਨੇ, ਜਿਹੜੇ ਤੁਸੀਂ ਮਤਲਬ ਪੂਰੇ ਕਨਫਿਊਜ਼ ਹੁੰਦੇ ਹੋ ਜਿਨ੍ਹਾਂ ਦੇ ਵਿੱਚ, ਅਤੇ ਜਿਹੜੇ ਤੁਹਾਨੂੰ ਹਰ ਵਾਰ ਕਨਫਿਊਜ਼ ਕਰਦੇ ਨੇ ਅਤੇ ਪੇਪਰਾਂ ਦੇ ਵਿੱਚ ਆਉਂਦੇ ਨੇ। ਤਾਂ ਸਿੱਖਿਆ ਦਾ ਅਧਿਕਾਰ ਮਤਲਬ ਆਪਾਂ ਇਹਨੂੰ ਐਜੂਕੇਸ਼ਨ ਦਾ ਰਾਈਟ ਹੈ, ਇਹ ਕਿੱਥੇ ਕਿੱਥੇ ਲਿਖਿਆ ਹੋਇਆ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ? ਫੰਡਾਮੈਂਟਲ ਡਿਊਟੀਜ਼, ਫੰਡਾਮੈਂਟਲ ਰਾਈਟ ਜਾਂ DPSP, ਆਲ ਆਫ ਦੀ ਅਬਵ। ਤਾਂ ਇਹ ਤਿੰਨਾਂ 'ਚ ਹੀ ਲਿਖਿਆ ਹੋਇਆ। ਫੰਡਾਮੈਂਟਲ ਡਿਊਟੀਜ਼ ਵੀ ਲਿਖਿਆ ਹੋਇਆ, ਫੰਡਾਮੈਂਟਲ ਰਾਈਟ ਦੇ ਵਿੱਚ ਵੀ ਲਿਖਿਆ ਹੋਇਆ, ਠੀਕ ਹੈ ਜੀ। ਅਤੇ DPSP ਦੇ ਵਿੱਚ ਵੀ ਲਿਖਿਆ ਹੋਇਆ, ਠੀਕ ਹੈ ਜੀ। ਤਾਂ ਫੰਡਾਮੈਂਟਲ ਰਾਈਟ ਦੇ ਵਿੱਚ ਜਿਹੜਾ ਆਰਟੀਕਲ ਹੈ ਉਹ ਹੈ ਆਰਟੀਕਲ 21A, ਇਹਦੇ ਵਿੱਚ ਲਿਖਿਆ ਹੋਇਆ
ये तुसीं याद रखना। DPSP आर्टिकल 45 है अपना, वो लिखा हुआ ठीक है जी। फंडामेंटल ड्यूटीज़ के भी अपना दर्ज है, ये तुसीं याद रखना। तो ऑल ऑफ दी अबव का आंसर आऊगा, आंसर नंबर 4 तिनों के लिखा हुआ है। तो कन्फ्यूज़ ना होयो, ये क्वेश्चन बहुत बार पूछा गया ठीक है जी। तो सिक्ख्या का जिहड़ा अधिकार है वो अपन तिनों के ही लिखा हुआ है। अगला जिहड़ा अपना क्वेश्चन है, किहड़ा अनुच्छेद आपातकाल दौरान भी रद्द नहीं हुंदा? विच आर्टिकल डिडंट सस्पैंड ड्यूरिंग एमरजेंसी? ਤਾਂ ਉਹ ਕਿਹੜੇ ਆਰਟੀਕਲ ਨੇ, ਮਤਲਬ ਜਦੋਂ ਆਪਣੇ ਦੇਸ਼ ਦੇ ਵਿੱਚ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਆਪਣੇ ਸਾਰੇ ਫੰਡਾਮੈਂਟਲ ਰਾਈਟ ਹੈ ਜਿਹੜੇ ਉਹ ਸਸਪੈਂਡ ਹੋ ਜਾਂਦੇ ਨੇ, ਰਿਸਟ੍ਰਿਕਟ ਹੋ ਜਾਂਦੇ ਨੇ, ਇਹਨਾਂ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਬਟ ਕੁਛ ਫੰਡਾਮੈਂਟਲ ਰਾਈਟ ਇਹੋ ਜਿਹੇ ਨੇ ਜਿਹੜੇ ਐਮਰਜੈਂਸੀ ਦੇ ਦੌਰਾਨ ਵੀ ਰੱਦ ਨਹੀਂ ਹੁੰਦੇ, ਉਹ ਕਿਹੜੇ ਕਿਹੜੇ ਨੇ? ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਅਤੇ ਆਨਸਰ ਨੰਬਰ 2 ਆਊਗਾ। ਬੋਥ 1 ਐਂਡ 2 ਆਊਗਾ, ਆਨਸਰ ਨੰਬਰ 4 ਆਊਗਾ ਇਹਦਾ ਠੀਕ ਹੈ ਜੀ। ਆਰਟੀਕਲ 20 ਤੇ ਆਰਟੀਕਲ 21 ਠੀਕ ਹੈ ਜੀ। ਤਾਂ ਇਹ ਦੋਨੋਂ ਆਰਟੀਕਲ ਇਹੋ ਜਿਹੇ ਨੇ ਜਿਹੜੇ ਕਿ ਐਮਰਜੈਂਸੀ ਦੇ ਦੌਰਾਨ ਸਸਪੈਂਡ ਨਹੀਂ ਹੁੰਦੇ। ਆਨਸਰ ਨੰਬਰ 4 ਆਊਗਾ ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿੰਧੂ ਘਾਟੀ ਸੱਭਿਅਤਾ ਦੇ ਲੋਕ ਕਿਹੜੀ ਧਾਤ ਬਾਰੇ ਜਾਣੂ ਨਹੀਂ ਸਨ? ਦਾ ਇੰਡਸ ਵੈਲੀ ਪੀਪਲ ਡਿਡੰਟ ਨੋ ਅਬਾਊਟ ਵਿਚ ਮੈਟਲ? ਸਿਲਵਰ, ਕਾਪਰ, ਆਇਰਨ ਜਾਂ ਗੋਲਡ? ਤਾਂ ਇਹੋ ਜਿਹੇ ਕੁਐਸਚਨ ਹਰ ਵਾਰ ਆਉਂਦੇ ਨੇ ਅਤੇ ਤੁਹਾਨੂੰ ਕਨਫਿਊਜ਼ ਕਰਦੇ ਨੇ ਠੀਕ ਹੈ ਜੀ। ਤਾਂ ਉਹ ਕਿਹੜੀ ਧਾਤ ਸੀ ਜਿਹਦੇ ਬਾਰੇ ਸਿੰਧੂ ਘਾਟੀ ਸੱਭਿਅਤਾ ਦੇ ਲੋਕ ਜਾਣੂ ਨਹੀਂ ਸਨ? ਡਿਸਕਵਰ ਤਾਂ ਇਹ ਧਾਤ ਲੇਟਰ ਵੈਦਿਕ ਪੀਰੀਅਡ ਦੇ ਵਿੱਚ ਹੀ ਹੋ ਗਈ ਸੀ। ਡਿਸਕਵਰ ਨਹੀਂ ਇਹਨਾਂ ਨੇ ਪੁੱਛਿਆ, ਇਹਨਾਂ ਨੇ ਇਹ ਪੁੱਛਿਆ ਕਿ ਜਾਣਦੇ ਨਹੀਂ ਸੀ ਠੀਕ ਹੈ। ਇਹ ਧਾਤ ਹੋਵੇਗੀ ਤਾਂ ਹੈਗੀ ਕਿਉਂਕਿ ਇਹ ਇਸ ਤੋਂ ਪਹਿਲਾਂ ਡਿਸਕਵਰ ਹੋ ਗਈ ਸੀ, ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਆਇਰਨ ਠੀਕ ਹੈ ਜੀ। ਤਾਂ ਲੋਹੇ ਬਾਰੇ ਇਹ ਜਾਣਦੇ ਨਹੀਂ ਸੀ ਕਿ ਲੋਹਾ ਵੀ ਇੱਕ ਧਾਤ ਹੈ। ਸਿਲਵਰ ਬਾਰੇ ਇਹਨਾਂ ਨੂੰ ਪਤਾ ਸੀ, ਕਾਪਰ ਬਾਰੇ ਵੀ ਪਤਾ ਸੀ ਅਤੇ ਗੋਲਡ ਬਾਰੇ ਵੀ ਪਤਾ ਸੀ, ਬਟ ਲੋਹੇ ਬਾਰੇ ਇਹਨਾਂ ਨੂੰ ਪਤਾ ਨਹੀਂ ਸੀ ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਨੂੰ ਠੀਕ ਹੈ। ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ, ਇਹ ਤੁਸੀਂ ਨੋਟ ਕਰ ਲਿਓ। ਜਿੰਨੇ ਵੀ ਕੁਐਸਚਨ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ, ਹਰ ਇੱਕ ਕੁਐਸਚਨ ਤੁਹਾਡੇ ਲਈ ਇੰਪੋਰਟੈਂਟ ਹੈ ਅਤੇ ਹਰ ਵਾਰ ਉਹ ਪੁੱਛਿਆ ਜਾਂਦਾ ਅਤੇ ਅੱਗੇ ਵੀ ਤੁਹਾਨੂੰ ਪੁੱਛਿਆ ਜਾਊਗਾ। ਬੰਦੀਵਾਸ਼ ਦੀ ਲੜਾਈ ਕਦੋਂ ਹੋਈ? ਵੈਨ ਦੀ ਬੈਟਲ ਆਫ ਬੰਦੀਵਾਸ਼ ਫਾਊਟ? 1757, 1760, 1858 ਜਾਂ 1800 ਦੇ ਵਿੱਚ? ਤਾਂ ਇਹ ਲੜਾਈ ਵੀ ਬਹੁਤ ਵਾਰ ਪੁੱਛੀ ਗਈ ਹੈ ਅਤੇ ਆਪਾਂ ਨੂੰ ਕਨਫਿਊਜ਼ ਕਰਦੇ ਕਿਉਂਕਿ ਆਪਾਂ ਇਹਦੇ ਬਾਰੇ ਪੜ੍ਹ ਕੇ ਨਹੀਂ ਜਾਂਦੇ ਠੀਕ ਹੈ ਜੀ। ਆਪਣੇ ਦੇਸ਼ ਦੇ ਵਿੱਚ ਈਸਟ ਇੰਡੀਆ ਕੰਪਨੀ ਤਾਂ ਆਈ ਸੀ, ਅੰਗਰੇਜ਼ ਤਾਂ ਆਪਣੇ ਮਤਲਬ ਆਏ ਸੀਗੇ ਕਿਉਂਕਿ ਈਸਟ ਇੰਡੀਆ ਕੰਪਨੀ ਆਪਣੇ ਦੇਸ਼ ਦੇ ਵਿੱਚ ਇੱਕ ਨਹੀਂ ਆਈ, ਕਈ ਈਸਟ ਇੰਡੀਆ ਕੰਪਨੀਜ਼ ਆਈਆਂ ਨੇ ਠੀਕ ਹੈ ਜੀ। ਆਪਣੇ ਦੇਸ਼ ਦੇ ਵਿੱਚ ਪੁਰਤਗਾਲੀ ਵੀ ਆਏ ਨੇ, ਡੱਚ ਵੀ ਆਏ ਨੇ, ਡੇਨਜ਼ ਵੀ ਆਏ ਨੇ ਠੀਕ ਹੈ ਜੀ, ਫਰੈਂਚ ਵੀ ਆਏ ਨੇ। ਤਾਂ ਫਰੈਂਚ ਈਸਟ ਇੰਡੀਆ ਕੰਪਨੀ ਆਈ ਸੀਗੀ, ਤਾਂ ਇੰਗਲਿਸ਼ ਅਤੇ ਫਰੈਂਚ ਦੇ ਵਿਚਕਾਰ ਇਹ ਲੜਾਈ ਹੋਈ ਸੀ 1760 ਦੇ ਵਿੱਚ ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ ਇਹਦਾ, 1760 ਦੇ ਵਿੱਚ ਆਈ ਸੀ। ਐਂਗਲੋ ਫਰੈਂਚ ਵਾਰ ਇਹਨੂੰ ਕਿਹਾ ਜਾਂਦਾ। ਅੰਗਰੇਜ਼ਾਂ ਅਤੇ ਫਰੈਂਚਸ ਦੇ ਵਿੱਚ ਹੋਈ ਸੀ, ਅੰਗਰੇਜ਼ ਇਹਦੇ ਵਿੱਚ ਜਿੱਤ ਗਏ ਸੀ ਅਤੇ ਫਰੈਂਚਾਂ ਨੂੰ ਇਹਨਾਂ ਨੇ ਹਰਾਤਾ ਸੀ ਠੀਕ ਹੈ ਜੀ। ਤਾਂ 1760 ਦੇ ਵਿੱਚ ਹੋਈ ਸੀ, ਇਹ ਤੁਸੀਂ ਯਾਦ ਰੱਖਣਾ। ਤਾਂ ਆਨਸਰ ਨੰਬਰ 2 ਆਊਗਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਲਾਰਡ ਡਲਹੌਜ਼ੀ ਨੇ ਲੈਪਸ ਦੀ ਨੀਤੀ ਕਦੋਂ ਲਾਗੂ ਕੀਤੀ? ਵੈਨ ਵਾਜ਼ ਦੀ ਲਾਰਡ ਡਲਹੌਜ਼ੀ ਇੰਟਰੋਡਿਊਸ ਡਾਕਟਰਾਈਨ ਆਫ ਲੈਪਸ? ਇਹਦੇ ਬਾਰੇ ਬਹੁਤ ਪੁੱਛਿਆ ਜਾਂਦਾ, ਲੈਪਸ ਦੀ ਨੀਤੀ ਬਾਰੇ ਇੰਨੇ ਕੁ ਵਾਰ ਇਹ ਕੁਐਸਚਨ ਆਇਆ ਠੀਕ ਹੈ ਜੀ, ਅਤੇ ਇਹਦੀ ਕੋਈ ਗਿਣਤੀ ਨਹੀਂ, ਬਹੁਤ ਵਾਰ ਇਹ ਕੁਐਸਚਨ ਆਉਂਦਾ, ਹਰ ਵਾਰ ਆਉਂਦਾ। ਤਾਂ ਇਹ ਕਦੋਂ ਇਹਨਾਂ ਨੇ ਲਾਂਚ ਕੀਤੀ ਸੀ, ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਤੁਹਾਨੂੰ ਪਤਾ ਹੈ ਕਿ ਲਾਰਡ ਡਲਹੌਜ਼ੀ ਨੇ, ਇਹਦੇ ਨਾਲ ਤੁਹਾਡੇ 3-4 ਕੁਐਸਚਨ ਕਵਰ ਹੋ ਗਏ। ਕਈ ਵਾਰੀ ਲੈਪਸ ਦੀ ਨੀਤੀ ਇਹ ਵੀ ਪੁੱਛ ਲੈਂਦਾ ਕਿ ਡਾਕਟਰਾਈਨ ਆਫ ਲੈਪਸ ਕਿਹਦੀ ਨੀਤੀ ਸੀ? ਇਹ ਤਾਂ ਇਹ ਲਾਰਡ ਡਲਹੌਜ਼ੀ ਦੀ ਸੀ ਠੀਕ ਹੈ ਜੀ। ਤਾਂ ਕਦੋਂ ਇਹਨੇ ਲਾਂਚ ਕੀਤੀ ਸੀ? ਤਾਂ ਇਹਦਾ ਜਿਹੜਾ ਆਨਸਰ ਆਊਗਾ ਉਹ ਆਊਗਾ 1848 ਦੇ ਵਿੱਚ, ਆਨਸਰ ਨੰਬਰ 2 ਆਊਗਾ ਇਹਦਾ ਠੀਕ ਹੈ ਜੀ। ਕਿਉਂਕਿ 1849 ਦੇ ਵਿੱਚ ਆਪਣਾ ਜਿਹੜਾ ਪੰਜਾਬ ਹੈ ਉਹ ਇਹਨਾਂ ਨੇ ਆਪਣੇ ਅੰਡਰ ਲੈ ਲਿਆ ਸੀ ਅੰਗਰੇਜ਼ਾਂ ਨੇ 1849 ਦੇ ਵਿੱਚ। ਤਾਂ ਆਨਸਰ ਨੰਬਰ 2 ਆਊਗਾ। ਉਹ ਤੋਂ 1 ਸਾਲ ਪਹਿਲਾਂ ਇਹਨੇ ਇਹ ਲਾਂਚ ਕਰਤੀ ਸੀ ਲੈਪਸ ਦੀ ਨੀਤੀ ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪੰਜਾਬ ਵਿੱਚ ਕਿਹੜੀ ਪ੍ਰਣਾਲੀ ਲਾਗੂ ਕੀਤੀ ਗਈ? ਵਿਚ ਸਿਸਟਮ ਇੰਟਰੋਡਿਊਸ ਇਨ ਪੰਜਾਬ? ਰੋਇਤਵਾੜੀ, ਜ਼ਮੀਂਦਾਰੀ, ਮਹਿਲਵਾੜੀ ਜਾਂ ਆਲ ਆਫ ਦੀ ਅਬਵ? ਇਹ ਸਿਸਟਮ ਰੈਵਨਿਊ ਕਲੈਕਟ ਦੇ ਸਿਸਟਮ ਸੀਗੇ, ਮਤਲਬ ਇੱਕ ਬੰਦੇ ਨੂੰ ਮੇਨ ਨੂੰ ਲਾ ਦਿੱਤਾ ਜਾਂਦਾ ਸੀ ਅੰਗਰੇਜ਼ਾਂ ਦੁਆਰਾ, ਉਹ ਟੈਕਸ ਕਲੈਕਟ ਕਰਕੇ ਅੰਗਰੇਜ਼ਾਂ ਨੂੰ ਦਿੰਦਾ ਸੀ। ਜਿਵੇਂ ਕਿ ਰੋਇਤਵਾੜੀ ਸੀ ਠੀਕ ਹੈ ਜੀ, ਇਹਦੇ ਵਿੱਚ ਜਿਹੜੇ ਕਿਸਾਨ ਸੀਗੇ ਉਹ ਡਾਇਰੈਕਟ ਉਹਨਾਂ ਨੂੰ ਟੈਕਸ ਦੇ ਕੇ ਆਉਂਦੇ ਸੀ। ਜ਼ਮੀਂਦਾਰੀ ਦੇ ਵਿੱਚ ਇੱਕ ਜ਼ਮੀਂਦਾਰ ਹੁੰਦਾ ਸੀ ਜਿਹੜਾ ਮਤਲਬ ਲੈਂਡ ਦਾ ਓਨਰ ਹੁੰਦਾ ਸੀ, ਉਹਨਾਂ ਤੋਂ ਉਹ ਟੈਕਸ ਕਲੈਕਟ, ਮਤਲਬ ਇਹਦੇ 'ਚ ਕਿਸਾਨਾਂ ਦਾ ਦੂਰਾ ਉਹਨਾਂ ਦਾ ਸ਼ੋਸ਼ਣ ਹੁੰਦਾ ਸੀ। ਪਹਿਲਾਂ ਤਾਂ ਜ਼ਮੀਂਦਾਰ ਉਹਨਾਂ ਦਾ ਸ਼ੋਸ਼ਣ ਕਰਦਾ ਸੀ, ਫਿਰ ਅੰਗਰੇਜ਼ ਕਰਦੇ ਸੀ ਠੀਕ ਹੈ ਜੀ। ਤਾਂ ਜ਼ਮੀਂਦਾਰੀ ਇਹੋ ਜਿਹੀ ਪ੍ਰਥਾ ਸੀ। ਤਾਂ ਇਹਦਾ ਜਿਹੜਾ ਆਨਸਰ ਆਊਗਾ 3, ਮਹਿਲਵਾੜੀ ਪ੍ਰਥਾ ਠੀਕ ਹੈ ਜੀ। ਮਹਿਲਾਂ ਦੇ ਵਿੱਚ ਵੰਡਿਆ ਹੋਇਆ ਸੀ, ਮਹਿਲ ਮਤਲਬ ਭੂਮੀ ਦੇ ਅਕੋਰਡਿੰਗ ਟੈਕਸ ਦੇਣਾ ਪੈਂਦਾ ਸੀ। ਮਹਿਲਵਾੜੀ ਪ੍ਰਥਾ ਪੰਜਾਬ ਦੇ ਵਿੱਚ ਚੱਲੀ ਸੀ, ਬਹੁਤ ਵਾਰੀ ਕੁਐਸਚਨ ਪੁੱਛਿਆ ਗਿਆ ਇਹ ਠੀਕ ਹੈ ਜੀ। ਮਹਿਲਵਾੜੀ, ਇਹ ਤੁਸੀਂ ਯਾਦ ਰੱਖਣਾ, ਆਨਸਰ ਨੰਬਰ 3 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਿਜਦਾ ਅਤੇ ਪੈਬੋਸ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ? ਹੂ ਇੰਟਰੋਡਿਊਸ ਸਿਜਦਾ ਐਂਡ ਪੈਬੋਸ ਸਿਸਟਮ? ਤਾਂ ਮੈਂ ਤੁਹਾਨੂੰ ਮੀਡੀਵਲ ਹਿਸਟਰੀ, ਐਂਸ਼ੀਅੰਟ ਹਿਸਟਰੀ, ਸਾਰੇ ਕੁਐਸਚਨ ਤੁਹਾਨੂੰ ਮਿਕਸ ਇਹਦੇ ਵਿੱਚ ਮਿਲਣਗੇ ਜਿਹੜੇ ਪੁੱਛੇ ਗਏ ਨੇ ਵਾਰ-ਵਾਰ ਠੀਕ ਹੈ ਜੀ। ਤਾਂ ਇਹ ਕਰੀ ਸੀ ਆਪਣੀ ਬਲਬਨ ਨੇ, ਇਹ ਆਪਣਾ ਗੁਲਾਮ ਵੰਸ਼ ਦਾ ਸੀਗਾ ਇਹ ਬਲਬਨ,
ਤਾਂ ਕਿਉਂਕਿ ਇਹਨੂੰ ਸੁਲਤਾਨ ਮੰਨਣੋਂ ਹਟ ਗਏ ਸੀ। ਜਦੋਂ ਇਹਦੀ ਵਾਰੀ ਆਈ ਸੁਲਤਾਨ ਇਹ ਗੱਦੀ ਤੇ ਬੈਠਾ ਤਾਂ ਉਦੋਂ ਤੱਕ ਲੋਕ ਸੁਲਤਾਨ ਨੂੰ ਭੁੱਲ ਗਏ ਸੀ। ਤਾਂ ਸਿਜਦਾ ਤੇ ਪੈਬੋਸ ਇਹਨੇ ਆਪਣਾ ਪ੍ਰਭਾਵ ਪਾਉਣ ਦੇ ਲਈ ਇਹ ਚਲਾਈਆਂ ਪ੍ਰਣਾਲੀਆਂ, ਠੀਕ ਹੈ ਜੀ। ਇਹ ਕਹਿੰਦਾ ਵੀ ਜਦੋਂ ਮੈਨੂੰ ਮਿਲੋਗੇ ਤਾਂ ਸਿਜਦਾ ਕਰੋ, ਮੇਰੇ ਪੈਰੀਂ ਹੱਥ ਲਾਓ, ਠੀਕ ਹੈ ਜੀ। ਤਾਂ ਇਹ ਸਿਜਦਾ ਤੇ ਪੈਬੋਸ ਇਹਦਾ ਮਤਲਬ ਹੈ। ਤਾਂ ਬਲਬਨ ਨੇ ਚਲਾਈ ਸੀ, ਇਹ ਆਨਸਰ ਨੰਬਰ 2 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤੀ ਚੋਣ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਹੈ? ਹੂ ਅਪੁਆਇੰਟਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ? ਚੀਫ ਇਲੈਕਸ਼ਨ ਕਮਿਸ਼ਨ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਵਾਈਸ ਪ੍ਰੈਜ਼ੀਡੈਂਟ? ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 2, ਪ੍ਰੈਜ਼ੀਡੈਂਟ। 90% ਜਿਹੜੀਆਂ ਨਿਯੁਕਤੀਆਂ ਕਰਦਾ ਉਹ ਆਪਣਾ ਪ੍ਰੈਜ਼ੀਡੈਂਟ ਕਰਦਾ, ਠੀਕ ਹੈ ਜੀ। 90% ਨਿਯੁਕਤੀਆਂ ਪ੍ਰੈਜ਼ੀਡੈਂਟ ਹੀ ਕਰਦਾ, ਇਹ ਯਾਦ ਰੱਖਣਾ। ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 2 ਆਊਗਾ, ਪ੍ਰੈਜ਼ੀਡੈਂਟ। ਚੀਫ ਇਲੈਕਸ਼ਨ ਕਮਿਸ਼ਨ ਆਪਣਾ ਇਹਦੀ ਜਿਹੜੀ ਨਿਯੁਕਤੀ ਕਰਦਾ ਪ੍ਰੈਜ਼ੀਡੈਂਟ ਕਰਦਾ, ਠੀਕ ਹੈ ਜੀ, ਯਾਦ ਰੱਖਣਾ। ਅੱਜ ਦੇ ਸੈਸ਼ਨ ਦਾ ਆਪਣਾ ਲਾਸਟ ਕੁਐਸਚਨ ਹੈ, ਇਲਾਇਚੀ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ? ਵਿਚ ਸਟੇਟ ਇਜ਼ ਦੀ ਬਿਗੇਸਟ ਪ੍ਰੋਡਿਊਸਰ ਆਫ ਕੈਡਮਮ? ਠੀਕ ਹੈ ਜੀ, ਕਰਨਾਟਕਾ, ਮੱਧ ਪ੍ਰਦੇਸ਼, ਕੇਰਲਾ ਜਾਂ ਉੱਤਰ ਪ੍ਰਦੇਸ਼? ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 3 ਆਊਗਾ, ਕੇਰਲਾ। ਕਿਉਂਕਿ ਇੱਥੇ ਕੈਡਮਮ ਹਿਲਸ ਨੇ, ਪਹਾੜੀਆਂ ਨੇ ਜਿਨ੍ਹਾਂ 'ਤੇ ਇਲਾਇਚੀਆਂ ਲੱਗਦੀਆਂ ਨੇ, ਠੀਕ ਹੈ ਜੀ। ਤਾਂ ਕੇਰਲਾ ਇਹਦਾ ਆਨਸਰ ਆਊਗਾ, ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਇਹ ਆਪਾਂ ਕੰਪਲੀਟ ਕਰ ਦਿੱਤਾ ਅਤੇ 15 ਕੁਐਸਚਨ ਆਪਣੇ ਪੂਰੇ ਹੋ ਗਏ ਨੇ। 15 ਕੁਐਸਚਨ ਤੋਂ ਇਲਾਵਾ ਆਪਾਂ ਇਹਨਾਂ ਦੇ ਨਾਲ ਰਿਲੇਟਡ ਜਿੰਨੇ ਵੀ ਫੈਕਟ ਨੇ ਉਹ ਵੀ ਕਲੀਅਰ ਕਰਦੇ ਹਾਂ, ਠੀਕ ਹੈ ਜੀ। ਤਾਂ 15 ਤੋਂ ਮਤਲਬ ਡਬਲ ਕੁਐਸਚਨ ਆਪਣੇ ਕਲੀਅਰ ਹੋ ਜਾਂਦੇ ਨੇ ਇਹਦੇ ਵਿੱਚ। ਤਾਂ ਜੇਕਰ ਵੀਡੀਓ ਚੰਗੇ ਲੱਗਦੇ ਤਾਂ ਇਹਨੂੰ ਲਾਈਕ ਕਰਦਿਆ ਕਰੋ, ਅੱਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਕਿਉਂਕਿ ਬੈਕ ਟੂ ਬੈਕ ਸੈਸ਼ਨ ਆਪਣੇ ਆਉਣਗੇ ਜਿਨ੍ਹਾਂ ਦੇ ਵਿੱਚ ਆਪਾਂ ਤੁਹਾਡੇ ਪੇਪਰ ਦਾ ਹਰ ਇੱਕ ਪੱਖ ਆਪਾਂ ਕਲੀਅਰ ਕਰਵਾਵਾਂਗੇ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।